ਬਾਬੂਸ਼ਾਹੀ ਦੇਖ ਰਹੇ ਸਾਰਿਆਂ ਦਾ ਸਵਾਗਤ ਹੈ। ਪੰਜਾਬ ਕਾਂਗਰਸ ਦੇ ਪ੍ਰੈਜ਼ੀਡੈਂਟ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਅੱਜ ਕ੍ਰਿਮੀਨਲ ਕੰਟੈਂਪਟ ਪਟੀਸ਼ਨ ਹੈ ਜਿਹੜਾ ਉਹ ਫਾਈਲ ਕੀਤਾ ਗਿਆ ਹੈ। ਸੋ ਜਿਹੜੇ ਵਕੀਲ ਸਾਹਿਬ ਨੇ ਉਹ ਪਟੀਸ਼ਨ ਆ ਜਿਹੜਾ ਉਹ ਦਾਇਰ ਕੀਤਾ, ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਐਡਵੋਕੇਟ ਪਰਮਪ੍ਰੀਤ ਸਿੰਘ ਬਾਜਵਾ ਸਾਡੇ ਨਾਲ ਮੌਜੂਦ ਨੇ। ਬਾਜਵਾ ਸਾਹਿਬ, ਪਹਿਲਾਂ ਤਾਂ ਦੱਸੋ, ਜਿਹੜਾ ਅੱਜ ਹਰਿਆਣਾ ਦੇ ਐਡਵੋਕੇਟ ਜਨਰਲ ਨੂੰ ਤੁਸੀਂ ਐਪਲੀਕੇਸ਼ਨ ਦੇ ਰਾਹੀਂ ਜਿਹੜਾ ਇਹ ਇਸ਼ੂ ਹੈ ਇਹ ਚੱਕਿਆ ਹੈਗਾ ਤੇ ਪਟੀਸ਼ਨ ਫਾਈਲ ਕੀਤੀ ਹੈਗੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ, ਕੀ ਮੁੱਦਾ ਹੈ ਜੀ? ਕਿਹੜੀਆਂ ਗੱਲਾਂ ਤੁਸੀਂ ਰੱਖੀਆਂ ਦੇ ਵਿੱਚ? ਸਰ, ਇਹ ਮੁੱਦਾ ਇਹ ਹੈ ਕਿ ਇੱਕ ਡਰੱਗ ਕੇਸ ਪੈਂਡਿੰਗ ਹੈ। ਡਰੱਗ ਕੇਸ ਪੈਂਡਿੰਗ ਹੈ ਅਤੇ ਸਾਰੇ ਪੰਜਾਬ ਵਾਸੀ, ਇੰਡੀਅਨ ਵਾਸੀ, ਅਸੀਂ ਸਾਰੇ ਦੇਖ ਰਹੇ ਹਾਂ ਕਿ ਜਦੋਂ ਵੀ ਕੋਈ ਹੀਅਰਿੰਗ ਦੀ ਡੇਟ ਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਮਿਸਟਰ ਨਵਜੋਤ ਸਿੰਘ ਸਿੱਧੂ ਉਹ ਕੇਸ ਨੂੰ ਟਵੀਟ ਕਰਦੇ ਨੇ। ਐਂਡ ਉਹ ਟਵੀਟ ਇਸ ਢੰਗ ਨਾਲ ਕਰਦੇ ਨੇ ਕਿ ਉਹ ਜਿੱਦਾਂ ਡਾਇਰੈਕਟ ਕਰ ਰਹੇ ਨੇ ਔਨੇਬਲ ਕੋਰਟ ਨੂੰ ਕਿ ਆਹ ਚੀਜ਼ ਦਾ ਆਰਡਰ ਅੱਜ ਇਹ ਪਾਸ ਹੋਏਗਾ ਜਾਂ ਹੋਣਾ ਚਾਹੀਦਾ। ਉਸ ਚੀਜ਼ ਦੇ ਚੱਲਦਿਆਂ ਅਸੀਂ ਕ੍ਰਿਮੀਨਲ ਕੰਟੈਂਪਟ ਫਾਈਲ ਕੀਤੀ ਕਿ ਇੱਕ ਤਾਂ ਜਿਹੜੀ ਰਿਪੋਰਟ ਹੈਗੀ ਹੈ ਸੀਲਡ ਕਵਰ ਦੇ ਵਿੱਚ। ਰਿਪੋਰਟ ਸੀਲਡ ਕਵਰ ਦੇ ਵਿੱਚ ਹੈ ਤਾਂ ਉਹ ਪ੍ਰੈਰੋਗੇਟਿਵ ਔਨੇਬਲ ਹਾਈ ਕੋਰਟ ਦਾ ਹੈ ਕਿ ਉਹਨੂੰ ਓਪਨ ਕਰਨਾ, ਉਹਨੂੰ ਕਲੋਜ਼ ਕਰਨਾ, ਇਹ ਪ੍ਰੈਰੋਗੇਟਿਵ ਔਨੇਬਲ ਹਾਈ ਕੋਰਟ ਦਾ ਹੈ। ਉਹਨਾਂ ਨੇ ਆਲਰੇਡੀ ਪਬਲਿਸ਼ ਕਰਤੀ ਇਨ ਦਾ ਪ੍ਰੈਸ ਕਾਨਫਰੰਸ। ਉਸ ਚੀਜ਼ ਦੇ ਚੱਲਦਿਆਂ ਅਸੀਂ ਕ੍ਰਿਮੀਨਲ ਕੰਟੈਂਪਟ ਫਾਈਲ ਕੀਤੀ ਟੂ ਪ੍ਰੋਟੈਕਟ ਦ ਡਿਗਨਿਟੀ ਆਫ ਦਿਸ ਔਨੇਬਲ ਕੋਰਟ, ਟੂ ਪ੍ਰੋਟੈਕਟ ਦ ਡਿਗਨਿਟੀ ਆਫ ਦ ਔਨੇਬਲ ਜੱਜਿਸ। ਕਿ ਤੁਸੀਂ ਉਸ ਕੇਸ ਦੇ ਵਿੱਚ ਅਗਰ ਦੇਖੋਗੇ, ਮੈਂ ਪਟੀਸ਼ਨ ਦੀ ਕਾਪੀ ਵੀ ਤੁਹਾਨੂੰ ਦਊਂਗਾ, ਉਹਦੇ ਵਿੱਚੋਂ ਪਾਰਟੀ ਵੀ ਨਹੀਂ ਹੈਗੇ। ਜਸਟ ਟੂ ਟੇਕ ਪੋਲੀਟੀਕਲ ਮਾਈਲੇਜ ਕਿ ਪਬਲਿਸਿਟੀ ਸਟੰਟ ਲਈ ਉਹ ਟਵੀਟ ਕਰ ਦਿੰਦੇ ਨੇ ਐਂਡ ਲੱਖਾਂ ਕਰੋੜਾਂ ਲੋਕਾਂ ਨੂੰ ਦੇ ਮੈਨੂਪਲੇਟ ਕਰ ਰਹੇ ਨੇ ਮਾਈਂਡ ਨੂੰ ਕਿ ਜਿਹੜੀ ਜੁਡੀਸ਼ਰੀ ਹੈ ਇਹ ਕੁਝ ਵੀ ਨਹੀਂ ਕਰ ਰਹੀ ਜੀ। ਦੇ ਆਰ ਸਿਟਿੰਗ ਆਈਡਲ ਐਂਡ ਉਹਨਾਂ ਨੂੰ ਕੋਈ ਲੋੜ ਨਹੀਂ ਹੈਗੀ ਕਿ ਕਿਸੇ ਵੀ ਚੀਜ਼ ਦੇ ਉੱਤੇ ਫੈਸਲਾ ਸੁਣਾਉਣ ਦੀ, ਬਟ ਉਹ ਭੁੱਲ ਰਹੇ ਨੇ ਕਿ ਹਰ ਚੀਜ਼ ਦਾ ਪ੍ਰੋਸੀਜਰ ਬਣਿਆ ਹੋਇਆ। ਪ੍ਰੋਸੀਜਰ ਨੂੰ ਅਡਾਪਟ ਕਰਕੇ ਹੀ ਕੋਈ ਵੀ ਜੱਜ ਨੇ ਹਰ ਚੀਜ਼ ਨੂੰ ਸੁਣਨਾ। ਤੁਹਾਨੂੰ ਸੁਣਨਾ ਹੈ, ਕੇਸ ਚਲਾਏ, ਤੁਹਾਨੂੰ ਸੁਣਨਾ ਹੈ, ਓਪੋਜ਼ਿਟ ਪਾਰਟੀ ਨੂੰ ਸੁਣਨਾ ਹੈ, ਹਰ ਕਿਸੇ ਨੂੰ ਸੁਣਨਾ ਹੈ। ਉਸ ਤੋਂ ਬਾਅਦ ਉਹ ਕਿਸੇ ਨਾ ਕਿਤੇ ਕਨਕਲੂਜਨ 'ਤੇ ਆਉਣਗੇ। ਬਟ ਉਹ ਅਗਰ ਨਹੀਂ ਉਹਨਾਂ ਦੇ ਹੱਕ, ਜਿੱਦਾਂ ਉਹ ਸਵੇਰੇ ਡਿਕਟੇਟ ਕਰਦੇ ਨੇ ਟਵਿੱਟਰ 'ਚ ਕਿ ਇਹੋ ਜਿਹਾ ਆਰਡਰ ਪਾਸ ਹੋਣਾ ਚਾਹੀਦਾ ਹੈ, ਅਗਰ ਉਹ ਨਹੀਂ ਪਾਸ ਹੁੰਦਾ ਤਾਂ ਉਹ ਉਲਟਾ ਲਿਖਣ ਲੱਗ ਜਾਂਦੇ ਨੇ। ਦੈਟਸ ਵਾਈ ਵੀ ਹੈਵ ਫਾਈਲਡ ਦਾ ਕੰਟੈਂਪਟ ਪਟੀਸ਼ਨ। ਜੀ ਬਾਜਵਾ ਜੀ, ਨਵਜੋਤ ਸਿੰਘ ਸਿੱਧੂ ਇਹ ਕਹਿੰਦੇ ਨੇ ਕਿ ਇਹ ਬੜਾ ਭਖ ਦਾ ਮੁੱਦਾ ਹੈਗਾ, ਪੰਜਾਬ ਦੇ ਸਭ ਤੋਂ ਵੱਡਾ ਮੁੱਦਾ ਡਰੱਗ ਨਾਲ ਜੁੜਿਆ ਹੋਇਆ ਹੈ, ਅਤੇ ਉਹ ਕਹਿੰਦੇ ਨੇ ਕਿ ਅਗਰ ਮੈਂ ਪੰਜਾਬ ਦੇ ਮੁੱਦਿਆਂ ਦੇ ਲਈ ਆਵਾਜ਼ ਨਹੀਂ ਚੱਕੂੰਗਾ ਤਾਂ ਫਿਰ ਕੌਣ ਚੱਕੂਗਾ? ਮੇਰਾ ਫਰਜ਼ ਬਣਦਾ ਹੈ। ਦੇਖੋ ਸਰ, ਫਰਜ਼ ਬਣਦਾ ਹੈ ਐਜ਼ ਅ ਲੀਡਰ, ਉਹਨਾਂ ਦਾ ਬਿਲਕੁਲ ਡਿਊਟੀ ਬਾਉਂਡ ਨੇ ਉਸ ਚੀਜ਼ ਨੂੰ ਮੁੱਦਾ ਚੱਕਣਾ। ਪਰ ਜੋ ਸਾਡੇ ਹਰ ਇੱਕ ਸਿਵਲਾਈਜ਼ ਸੋਸਾਇਟੀ ਦੇ ਵਿੱਚ ਲਾਜ਼ ਮੇਡ ਆਊਟ ਕੀਤੇ ਜਾਂਦੇ ਨੇ, ਲਾਜ਼ ਬਣਾਏ ਜਾਂਦੇ ਨੇ ਕਿ ਕਿਸੇ ਸਿਸਟਮ ਦੇ ਵਿੱਚ ਨਾਲ ਤੁਸੀਂ ਚੱਲ ਸਕਦੇ ਹੋ। ਹੁਣ ਲਾਅ ਤਾਂ ਇਹ ਕਹਿੰਦਾ ਕਿ ਇੱਕ ਬੰਦੇ ਨੇ ਤੁਹਾਡੇ ਮੂੰਹ 'ਤੇ ਥੱਪੜ ਮਾਰਿਆ ਤਾਂ ਉਹ ਤੁਸੀਂ ਨਹੀਂ ਥੱਪੜ ਮਾਰ ਸਕਦੇ, ਤੁਸੀਂ ਕੰਪਲੇਂਟ ਕਰੋ, ਤੁਸੀਂ ਇੱਕ ਪ੍ਰੋਸੀਜਰ ਨੂੰ ਫੋਲੋ ਕਰੋ, ਪ੍ਰੋਸੀਜਰ ਦੇ ਅਕੋਰਡਿੰਗਲੀ ਚੱਲੋ। ਸਿਰਫ ਇਹ ਨਹੀਂ, ਇਸ ਦਾ ਮਕਸਦ ਇਹ ਨਹੀਂ ਹੋਣਾ ਚਾਹੀਦਾ ਕਿਸੇ ਇਨਸਾਨ ਦਾ ਕਿ ਤੁਸੀਂ ਟਵਿੱਟਰ 'ਤੇ ਗਏ, ਚੀਜ਼ਾਂ ਲਿਖੀਆਂ ਅਤੇ ਲੋਕਾਂ ਨੂੰ ਮੈਨੀਪੂਲੇਟ ਕੀਤਾ। ਅਤੇ ਉਹਨਾਂ ਦਾ ਜਿਹੜਾ ਫਰਜ਼ ਹੈ ਸੋਸਾਇਟੀ ਪ੍ਰਤੀ ਉਹ ਇਹ ਹੈ, ਕੋਈ ਅਗਰ ਲੀਡਰ ਨੇ ਉਹ ਸੋਸਾਇਟੀ ਦੇ, ਤਾਂ ਸੋਸਾਇਟੀ ਨੂੰ ਇਹ ਦੱਸਣਾ ਕਿ ਔਨੇਬਲ ਜੱਜਿਸ ਬੈਠੇ ਨੇ। ਅਗਰ ਪੁਲਿਸ ਨਹੀਂ ਸੁਣ ਰਿਹਾ, ਐਡਮਿਨਿਸਟ੍ਰੇਸ਼ਨ ਨਹੀਂ ਸੁਣ ਰਹੀ, ਤਾਂ ਔਨੇਬਲ ਜੱਜਿਸ ਬੈਠੇ ਨੇ, ਉਹ ਤੁਹਾਡੇ ਕੇਸਿਸ ਨੂੰ ਡਿਸਾਈਡ ਕਰਨਗੇ। ਜਿਹੜਾ ਬੰਦਾ ਰਿਲੀਫ ਹੈ ਉਹਨੂੰ ਦਿੱਤਾ ਜਾਏਗਾ। ਜੀ, ਕਦੋਂ ਤੋਂ ਤੁਸੀਂ ਇਹ ਚੀਜ਼ਾਂ ਨੂੰ ਦੇਖ ਰਹੇ ਸੀਗੇ? ਕਿਉਂਕਿ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਪ੍ਰੈਸ ਕਾਨਫਰੰਸਾਂ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀਆਂ ਗਈਆਂ, ਹਰ ਵਾਰ ਇਹ ਮੁੱਦਾ ਚੱਕਿਆ ਜਾਂਦਾ ਸੀ। ਤੁਸੀਂ ਪਹਿਲਾਂ ਕੁਛ ਟਾਈਮ ਇਗਨੋਰ ਵੀ ਕੀਤਾ ਹੋਣਾ, ਪਰ ਕਦੋਂ ਤੁਸੀਂ ਸੋਚਿਆ, ਕਿਹੜੀ ਸਟੇਟਮੈਂਟ ਤੋਂ ਬਾਅਦ ਸੋਚਿਆ ਕਿ ਹੁਣ ਬਹੁਤ ਹੋ ਗਿਆ, ਹੁਣ ਪਟੀਸ਼ਨ ਜਿਹੜਾ ਇਹਨਾਂ ਦੇ ਖਿਲਾਫ ਪਾਉਣਾ ਪਊਗਾ, ਫੌਜਦਾਰੀ ਮਾਨਹਾਨੀ ਦਾ ਪਾਉਣਾ ਪਊ? ਸਰ, ਮੈਂ ਇਸ ਚੀਜ਼ ਨੂੰ ਜਗ ਜ਼ਾਹਿਰ ਹੀ ਹੈ ਕਿ ਟਵਿੱਟਰ ਅਕਾਊਂਟ ਦੇ ਵਿੱਚ ਸਾਡੇ ਕੋਲ ਵੀ ਚੀਜ਼ਾਂ, ਸਕਰੀਨਸ਼ਾਟਸ ਵੀ ਆਉਂਦੇ ਨੇ ਅੱਜ ਕੱਲ੍ਹ ਵਟਸਐਪ ਦੇ ਉੱਤੇ। ਟਵਿੱਟਰ ਅਕਾਊਂਟ ਦੇ ਉੱਤੇ ਮੇਰਾ ਵੀ ਅਕਾਊਂਟ ਹੈ, ਬਟ ਉਹਦੇ ਵਿੱਚ ਸਾਡੇ ਦਿਮਾਗ 'ਚ ਇਹ ਆਉਂਦਾ ਜਦੋਂ ਸਾਡੇ ਔਨੇਬਲ ਜੱਜਿਸ ਦੇ ਉੱਤੇ ਗੱਲ ਆਈ, ਸਾਡੀ ਇੰਸਟੀਟਿਊਸ਼ਨ 'ਤੇ ਗੱਲ ਆਈ, ਅਸੀਂ ਇੱਥੋਂ ਕਮਾਉਂਦੇ ਹਾਂ, ਇੱਥੋਂ ਸਾਡੇ ਘਰ ਚੱਲਦੇ ਨੇ, ਅਸੀਂ ਅਗਰ ਇਹਨੂੰ ਨਹੀਂ ਪ੍ਰੋਟੈਕਟ ਕਰ ਸਕਦੇ ਤਾਂ ਅਸੀਂ ਆਪਣੇ ਕਲਾਇੰਟ ਨੂੰ ਕੀ ਪ੍ਰੋਟੈਕਟ ਕਰਾਂਗੇ? ਅਸੀਂ ਆਪਣੇ ਫੈਮਿਲੀ ਨੂੰ ਵੀ ਪ੍ਰੋਟੈਕਟ ਕਰਨਾ ਹੈ, ਕਲਾਇੰਟਸ ਨੂੰ ਵੀ ਪ੍ਰੋਟੈਕਟ ਕਰਨਾ ਹੈ। ਹਾਂ, ਅਗਰ ਉਹ ਕਿਸੇ ਚੀਜ਼ ਦੇ ਉੱਤੇ ਵੈਲਿਡ ਤਰੀਕੇ ਨਾਲ ਕੋਈ ਗੱਲ ਰੱਖ ਰਹੇ ਨੇ, ਮੈਂ ਉਸ ਚੀਜ਼ ਦਾ ਵਿਰੋਧ ਨਹੀਂ ਕਰ ਰਿਹਾ। ਹਰ ਲੀਡਰ ਦਾ ਕੰਮ ਹੈ ਉਸ ਚੀਜ਼ ਨੂੰ ਪ੍ਰੈਜ਼ੈਂਟ ਕਰਨਾ ਜਿਹੜੀ ਕੋਈ ਚੀਜ਼ ਸੋਸਾਇਟੀ ਦੇ ਅਗੇਂਸਟ ਚੱਲ ਰਹੀ ਹੈ। ਐਂਡ ਇਹ ਟਵਿੱਟਰ ਅਕਾਊਂਟ ਦੇ ਉੱਤੇ ਪਾ ਕੇ ਤਾਂ ਨਹੀਂ ਡਰੱਗ ਦਾ ਇਸ਼ੂ ਰਿਜ਼ੋਲਵ ਹੋਣਾ, ਉਹਦੇ ਉੱਤੇ ਵਰਕ ਕਰਨਾ ਪਏਗਾ। ਸਰਕਾਰ ਹੈ ਉਹਨਾਂ ਦੀ, ਉਹ ਸਰਕਾਰ ਨੂੰ ਕਹਿਣ ਕੰਮ ਕਰਾਉਣ ਨੂੰ ਪ੍ਰਧਾਨ ਨੇ ਉਹ ਕਾਂਗਰਸ ਕਮੇਟੀ ਦੇ, ਤਾਂ ਕਿਉਂ ਆਪਣੀ ਸਰਕਾਰ ਨੂੰ ਇੰਨਾ ਜ਼ਿਆਦਾ ਪ੍ਰੈਸ਼ਰਾਈਜ਼ ਕਰਨ ਕਿ ਡਰੱਗ ਇਸ਼ੂ ਰਿਜ਼ੋਲਵ ਹੋਏ?
ਜੀ ਤੁਸੀਂ ਇਹ ਗੱਲ ਕੀਤੀ ਸਰਕਾਰ ਦੀ, ਜੀ ਸਰਕਾਰ ਨੂੰ ਵੀ ਕਰ ਰਹੇ ਨੇ, ਉਹ ਤਾਂ ਆਪਣੀ ਸਰਕਾਰ 'ਚ ਹੁੰਦੇ ਹੋਏ ਸਰਕਾਰ ਦੇ ਖਿਲਾਫ ਬੋਲਦੇ ਰਹਿੰਦੇ ਨੇ। ਤੇ ਤੁਹਾਨੂੰ ਲੱਗਦਾ ਕਿ ਸਰਕਾਰ ਦੇ ਖਿਲਾਫ ਸੀਐਮ, ਪਹਿਲਾਂ ਵਾਲੇ ਸੀਐਮ ਸੀਗੇ ਉਹਨਾਂ ਦੇ ਖਿਲਾਫ ਬੋਲਦੇ ਸੀਗੇ, ਉਹ ਹਟ ਗਏ, ਨਵੇਂ ਸੀਐਮ ਆ ਗਏ, ਉਹਨਾਂ ਦੇ ਖਿਲਾਫ ਬੋਲਦੇ ਨੇ, ਤੇ ਜਿਹੜੇ ਆਪਣੀ ਸਰਕਾਰ ਦੇ ਖਿਲਾਫ ਲਗਾਤਾਰ ਬੋਲਦੇ ਨੇ, ਜੁਡੀਸ਼ਰੀ ਦੇ ਖਿਲਾਫ ਬੋਲਣੋਂ ਕਿਉਂ ਹਟ ਜਾਣਗੇ ਉਹ? ਦੇਖੋ ਸਰ, ਇਹ 'ਚ ਦੋ ਗੱਲਾਂ ਨੇ। ਜਿਹੜੀ ਸਰਕਾਰ ਹੈ, ਕੋਈ ਵੀ ਚੁਣਿੰਦਾ ਹੋਇਆ ਨੁਮਾਇੰਦਾ ਹੈ, ਉਹ ਪਬਲਿਕ ਨੂੰ ਅਨਸਰੇਬਲ ਹੈ। ਜੁਡੀਸ਼ਰੀ ਸਿਰਫ ਜਸਟਿਸ ਵਾਸਤੇ ਅਕਾਊਂਟੇਬਲ ਹੈ, ਉਹਨੂੰ ਜਵਾਬਦੇਹ ਹੈ ਕਿ ਅਸੀਂ ਜਸਟਿਸ ਕਿਸੇ ਚੀਜ਼ 'ਚ ਕਰ ਰਹੇ ਹਾਂ ਕਿ ਨਹੀਂ। ਦਿਸ ਇਜ਼ ਦਾ ਰੀਜ਼ਨ ਕਿ ਹਰ ਚੀਜ਼ ਦਾ ਪਹਿਲਾਂ ਲੋਅਰ ਕੋਰਟ ਹੈ, ਨਹੀਂ ਉੱਥੇ ਤੁਹਾਨੂੰ ਇਨਸਾਫ ਮਿਲਿਆ, ਤੁਸੀਂ ਨਹੀਂ ਸਹਿਮਤ ਹੈਗੇ, ਤੁਸੀਂ ਹਾਈ ਕੋਰਟ ਜਾਂਦੇ ਹੋ, ਹਾਈ ਕੋਰਟ ਨਹੀਂ ਇਨਸਾਫ ਮਿਲਿਆ, ਤੁਸੀਂ ਸੁਪਰੀਮ ਕੋਰਟ ਜਾਂਦੇ ਹੋ। ਸਾਡੇ ਇਸ ਔਨੇਬਲ ਹਾਈ ਕੋਰਟ ਨੇ ਤਾਂ ਬਹੁਤ ਇਟਸ ਅ ਟੈਂਪਲ ਆਫ ਜਸਟਿਸ, ਜਿੱਥੇ ਇੰਨੇ ਵੱਡੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਮਾਈ ਲਾਰਡ ਜਸਟਿਸ JS ਖੇਰ ਵਰਗੇ ਇਸ ਔਨੇਬਲ ਹਾਈ ਕੋਰਟ 'ਚੋਂ ਗਏ ਨੇ, ਜਸਟਿਸ ਸੂਰਿਆਕਾਂਤ ਜੀ ਵਰਗੇ ਇੱਥੋਂ ਗਏ ਨੇ, ਹੇਮੰਤ ਗੁਪਤਾ ਜੀ ਇੱਥੋਂ ਗਏ ਨੇ। ਤਾਂ ਇਹਦੇ ਵਾਸਤੇ ਅਸੀਂ ਇਹ ਕਹਿ ਰਹੇ ਹਾਂ ਕਿ ਅਗਰ ਤੁਹਾਡਾ ਕੋਈ ਇਸ਼ੂ ਹੈ, ਅਗਰ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਦੇ ਖਿਲਾਫ ਬੋਲ ਰਹੇ ਨੇ ਉਹ, ਤਾਂ ਵਾਟ ਡੂ ਯੂ ਥਿੰਕ ਕਿ ਇਜ਼ ਇਟ ਗੁੱਡ ਔਰ ਬੈਡ? ਮੇਰੀ ਸੋਚ ਦੇ ਮੁਤਾਬਕ ਤੁਸੀਂ ਆਪਣੀ ਸਰਕਾਰ ਦੇ, ਮੈਂ ਇਹੀ ਪੁੱਛਣਾ ਸੀ, ਉਹਨਾਂ ਦਾ ਤੁਸੀਂ ਇਹ ਐਟੀਟਿਊਡ ਕਿਵੇਂ ਦੇਖ ਰਹੇ ਹੋ ਕਿ ਪ੍ਰਧਾਨ ਬਣਾਏ ਜਾਂਦੇ ਨੇ, ਸਟਿਲ ਐਡੀ ਵੱਡੀ ਪੋਜੀਸ਼ਨ ਤੇ ਹੋ ਕੇ ਵੀ ਆਪਣੀ ਹੀ ਪਾਰਟੀ ਦੇ, ਆਪਣੀ ਸਰਕਾਰ ਦੇ ਜਿਹੜੇ ਸੀਨੀਅਰ ਮਿਨਿਸਟਰਸ ਨੇ ਉਹਨਾਂ ਦੇ ਖਿਲਾਫ ਬੋਲਣਾ ਤੇ ਜੁਡੀਸ਼ਰੀ ਦੇ ਬਾਰੇ ਕੋਟ ਕਰਨਾ, ਇਹ ਐਟੀਟਿਊਡ ਕਿਵੇਂ ਦੇਖਦੇ ਹੋ ਉਹਨਾਂ ਦਾ? ਸਰ ਵੈਸੇ ਮੇਰੇ ਉਸ ਦਾਇਰੇ ਦੇ ਵਿੱਚ ਨਹੀਂ ਹੈਗੀ ਕਿ ਮੈਂ ਇਸ 'ਤੇ ਕਮੈਂਟ ਕਰ ਸਕਾਂ, ਪਰ ਤੁਸੀਂ ਮੇਰੇ ਤੋਂ ਪੁੱਛਿਆ ਤਾਂ ਮੈਂ ਉਸ ਚੀਜ਼ 'ਤੇ ਜ਼ਰੂਰ ਤੁਹਾਨੂੰ ਦੱਸੂੰਗਾ। ਅਗਰ ਤੁਸੀਂ ਆਪਣੀ ਹੀ ਸਰਕਾਰ ਦੇ ਖਿਲਾਫ ਚੱਲ ਰਹੇ ਹੋ, ਪਹਿਲਾਂ ਤੁਸੀਂ ਕਿਸੇ ਹੋਰ ਸਰਕਾਰ 'ਚ ਸੀਗੇ, ਤੁਸੀਂ ਬਾਅਦ 'ਚ ਕਾਂਗਰਸ 'ਚ ਆ ਗਏ, ਕਾਂਗਰਸ ਜਾਣ ਤੋਂ ਬਾਅਦ ਹੁਣ ਤੁਹਾਨੂੰ ਉੱਥੇ ਤੁਹਾਡੇ ਮਾਈਂਡ ਦੇ ਮੁਤਾਬਕ ਉਹ ਚੀਜ਼ਾਂ ਤੁਹਾਨੂੰ ਨਹੀਂ ਮਿਲ ਰਹੀਆਂ, ਤਾਂ ਤੁਸੀਂ ਹੁਣ ਉਹਨਾਂ ਦੇ ਅਗੇਂਸਟ ਹੋ ਗਏ, ਹੁਣ ਫਿਰ ਤੀਜੀ ਥਾਂ 'ਤੇ ਚਲੇ ਜਾਣਗੇ, ਇਲੈਕਸ਼ਨਸ ਹੋਏਗੀ। ਮੈਨੂੰ ਤਾਂ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਅੱਜ ਦੀ ਡੇਟ ਦੇ ਵਿੱਚ ਉੱਠਣ ਦੀ ਲੋੜ ਹੈ। ਉਹਨਾਂ ਨੂੰ ਇਹ ਹਰ ਚੀਜ਼ ਦੇ ਪੋਜ਼ੀਟਿਵ ਤੇ ਨੈਗੇਟਿਵ ਇੰਪੈਕਟ ਦੇਖਣ ਦੀ ਲੋੜ ਹੈ ਕਿ ਮੈਂ ਵੀ ਪੰਜਾਬ ਦਾ, ਮੇਰਾ ਘਰ-ਬਾਰ ਪਰਿਵਾਰ ਮੇਰਾ ਵੀ ਪੰਜਾਬ ਦਾ ਹੈ, ਪਰ ਉਸ ਚੀਜ਼ ਨੂੰ ਪ੍ਰੋਟੈਕਟ ਕਰਨਾ ਹੈ। ਅਗਰ ਅਸੀਂ ਡਿਗਨਿਟੀ ਨੂੰ ਪ੍ਰੋਟੈਕਟ ਕਰਨਾ ਹੈ, ਲੋਕਾਂ ਦੀ ਪ੍ਰੋਟੈਕਸ਼ਨ ਕਰਨੀ ਚਾਹੁੰਦੇ ਹੋ, ਲਿਟਰਲੀ ਤੁਸੀਂ ਲੋਕਾਂ ਲਈ ਕੰਮ ਕਰਨਾ ਚਾਹੁੰਦੇ ਹੋ, ਤਾਂ ਆਮ ਬੰਦੇ ਨੂੰ ਅੱਗੇ ਆਉਣਾ ਪਏਗਾ, ਤਾਂ ਹੀ ਇਸ ਚੀਜ਼ ਨੂੰ ਰਿਜ਼ੋਲਵ ਕੀਤਾ ਜਾ ਸਕਦਾ ਹੈ। ਅਦਰਵਾਈਜ਼ ਤੁਸੀਂ ਬੈਠੇ ਟਵਿੱਟਰ ਖੇਡੀ ਜਾਓਗੇ, ਡਜ਼ਨਟ ਮੇਕ ਐਨੀ ਡਿਫਰੈਂਸ ਦੈਨ। ਬਾਜਵਾ ਸਾਹਿਬ, ਹੁਣ ਪਟੀਸ਼ਨ ਤੇ ਆਈ ਹੈ, ਲੰਬੀ ਚੌੜੀ ਪਟੀਸ਼ਨ ਹੈ, ਜਿਵੇਂ ਮੈਨੂੰ ਲੱਗਦਾ 85 ਪੇਜਾਂ ਦੀ ਪਟੀਸ਼ਨ ਜਿਹੜੀ ਬਣਾਈ ਹੈਗੀ ਹੈ। ਇਹਦੇ ਵਿੱਚ ਕੋਈ ਸਪੈਸੀਫਿਕ ਕੋਡਸ ਵੀ ਨਵਜੋਤ ਸਿੱਧੂ ਦੇ ਤੁਸੀਂ ਵਿੱਚ ਮੈਂਸ਼ਨ ਕੀਤੇ ਨੇ ਕਿ ਇਸ ਤਰੀਕ ਨੂੰ ਇਹਨਾਂ ਨੇ ਇਹ ਗੱਲ ਕਹੀ ਸੀ, ਸਟੇਟਮੈਂਟ ਦਿੱਤੀ ਸੀ, ਜਿਹਦੇ ਨਾਲ ਲੱਗਦਾ ਕਿ ਜੁਡੀਸ਼ਰੀ ਦੀ ਜਿਹੜੀ ਡਿਗਨਿਟੀ ਆ ਉਹਨੂੰ ਕਿਤੇ ਨਾ ਕਿਤੇ ਠੇਸ ਪਹੁੰਚਾਇਆ ਗਿਆ। ਸਰ ਇਹਦੇ ਵਿੱਚ ਇੱਕ ਚੀਜ਼ ਅਸੀਂ ਪ੍ਰੋਡਿਊਸ ਕੀਤੀ ਹੈ, ਰੀਪ੍ਰੋਡਿਊਸ ਵੀ ਕੀਤੀ ਹੈ, ਤੇ ਪਲੱਸ ਉਹਦੇ ਨੈਕਸਚਰ ਵੀ ਲਗਾਏ ਨੇ। ਅਸੀਂ ਮਾਨਯੋਗ ਕੋਰਟ ਨੂੰ ਜਾਣ ਤੋਂ ਪਹਿਲਾਂ AG ਸਾਹਿਬ ਕੋਲ ਇਹੀ ਚੀਜ਼ ਰੱਖੀ ਹੈ ਕਿ ਤੁਸੀਂ ਜਿਹੜੀ ਪਬਲਿਕ ਹੈ, ਆਮ ਪਬਲਿਕ ਹੈ, ਉਹਦੇ ਕਮੈਂਟਸ ਦੇਖੋ, ਉਹਦੇ ਕਮੈਂਟਸ ਦੇਖੋ ਕਿ ਉਹਨਾਂ ਦੀ ਜਿਹੜੀ ਇੱਕ ਪੋਸਟ ਪਾਈ ਹੋਈ ਹੈ, ਉਹਨਾਂ ਨੇ ਤਾਂ ਇੱਕ ਟਾਈਪ ਹੀ ਕੀਤਾ ਨਾ, ਉਹਦਾ ਇੰਪੈਕਟ ਕਿੱਥੇ ਤੱਕ ਜਾ ਰਿਹਾ, ਕਿੰਨੇ ਲੋਕਾਂ ਤੱਕ ਉਸ ਦਾ ਇੰਪੈਕਟ ਪੈ ਰਿਹਾ, ਤੇ ਉਹ ਲੋਕ ਅੱਗੋਂ ਕਿਹੋ ਜਿਹੇ ਕਮੈਂਟ ਕਰ ਰਹੇ ਨੇ। ਵਿਦਿਨ ਮਿੰਟਸ ਹਜ਼ਾਰਾਂ 'ਚ ਕਮੈਂਟ ਆਉਣ ਲੱਗ ਜਾਂਦੇ ਨੇ। ਮੈਂ ਉਹੀ ਤੁਹਾਨੂੰ ਦੱਸ ਰਿਹਾ ਨਾ ਕਿ ਠੀਕ ਹੈ, ਹਰ ਬੰਦੇ ਦੀ ਸੋਚ ਹੈ। ਇੱਕ ਤਾਂ IT ਸੈੱਲ ਖੇਡਦੇ ਨੇ, ਉਹ ਚੀਜ਼, ਮੈਂ ਉਸ ਚੀਜ਼ ਦੇ ਖਿਲਾਫ ਹਾਂ। ਮੈਂ ਹੁਣ ਅੱਜ ਤੁਸੀਂ ਮੇਰੀ ਬਾਈਟ ਲੈ ਰਹੇ ਹੋ, ਇਹ ਮੈਨੂੰ ਪਤਾ ਹੈ ਕਿ ਜਦੋਂ ਪਈ ਤਾਂ ਉਹਨਾਂ ਦੇ IT ਸੈੱਲ ਵਾਲੇ ਚੰਗਾ ਮਾੜਾ ਚੰਗਾ ਬੋਲਣਗੇ, ਬਟ ਅਸੀਂ ਸੋਸਾਇਟੀ ਵਾਸਤੇ ਹਾਂ, ਅਸੀਂ ਆਪਣੇ ਇੰਸਟੀਟਿਊਸ਼ਨ ਨੂੰ ਪ੍ਰੋਟੈਕਟ ਕਰ ਰਹੇ ਹਾਂ, ਐਂਡ ਆਈ ਐਮ ਡਿਊਟੀ ਬਾਊਂਡ ਟੂ ਡੂ ਇਟ ਐਜ਼ ਆਈ ਐਮ ਦਾ ਮੈਂਬਰ ਆਫ ਦਿਸ ਐਸਟੀਮਡ ਬਾਰ, ਐਂਡ ਆਈ ਐਮ ਆਲਸੋ ਦਾ ਟ੍ਰੈਜ਼ਰਰ ਔਰ ਮੈਂਬਰ ਆਫ ਦਾ ਐਗਜ਼ੈਕਟਿਵ ਕਮੇਟੀ, ਪ੍ਰੈਜ਼ੈਂਟ ਐਗਜ਼ੈਕਟਿਵ ਕਮੇਟੀ। ਤਾਂ ਮੇਰੇ ਫਰਜ਼ ਬਣਦਾ ਇਸ ਇੰਸਟੀਟਿਊਟ ਦੀ ਡਿਗਨਿਟੀ ਤੇ ਇਸ ਦੀ ਗਰਿਮਾ ਨੂੰ ਬਣਾ ਕੇ ਰੱਖਣਾ। ਜੀ, ਹੁਣ ਗੱਲ ਕੀਤੀ ਜਾਵੇ ਤਾਂ ਕਾਰਵਾਈ ਤੁਸੀਂ ਕੀ ਮੰਨਦੇ ਹੋ, ਕਿਵੇਂ ਦੀ ਕਾਰਵਾਈ ਹੋ ਸਕਦੀ ਹੈਗੀ ਹੈ? ਸੁਣਵਾਈ ਹੁਣ ਕਦੋਂ ਹੋਊਗੀ ਇਸ ਪਟੀਸ਼ਨ ਜਿਹੜਾ ਪਾਇਆ ਗਿਆ, ਤੇ ਜਿਸ ਮੁਤਾਬਿਕ ਤੁਸੀਂ ਚੱਲ ਰਹੇ ਹੋ, ਜੋ ਤੁਸੀਂ ਤੱਥ ਪੇਸ਼ ਕੀਤੇ ਨੇ, ਰੱਖੇ ਨੇ, ਉਹਦੇ ਮੁਤਾਬਿਕ ਨਵਜੋਤ ਸਿੱਧੂ ਨੂੰ ਕਿਵੇਂ ਦੀ ਕਾਰਵਾਈ ਹੈ ਜਿਹੜੀ ਫੇਸ ਕਰਨੀ ਪੈ ਸਕਦੀ ਹੈ ਜੀ? ਸਰ ਇਹਦੇ ਵਿੱਚ ਮਾਨਯੋਗ AG ਹਰਿਆਣਾ ਉਸ ਚੀਜ਼ ਦੇ ਵਿੱਚ ਕਰਨਗੇ, ਇਨਵੈਸਟੀਗੇਟ ਕਰਨਗੇ ਇਹਦੀ, ਕਿ ਜਿਹੜੇ ਵੀ ਉਹ ਆਪਣੇ ਤੱਥ ਰੱਖਣਗੇ, ਅਸੀਂ ਆਪਣੇ ਤੱਥ ਰੱਖਾਂਗੇ, ਉਹਦੇ ਉੱਤੇ ਇਨਵੈਸਟੀਗੇਟ ਕਰਕੇ ਪ੍ਰੀਮਾ ਫੇਸੀ ਅਗਰ ਕੇਸ ਬਣਦਾ ਤਾਂ ਉਹ ਪ੍ਰੈਜ਼ੈਂਟ ਕਰਨਗੇ, ਉਹਦੀ ਕੰਸੈਂਟ ਦੇ ਕੇ ਤਾਂ ਉਹ ਐਪਲੀਕੇਸ਼ਨ ਮਾਨਯੋਗ ਅਦਾਲਤ 'ਚ ਲੱਗੇਗੀ ਬਿਫੋਰ ਔਨੇਬਲ ਜੱਜਿਸ। ਉਸ ਤੋਂ ਬਾਅਦ ਅਗਰ ਉਹ ਔਨੇਬਲ ਜੱਜਿਸ ਨੂੰ ਦਿਖਦਾ ਉਹਦੇ ਵਿੱਚ ਕਿ ਇਹ ਜੋ ਇਹਨਾਂ ਨੇ ਫਾਈਲ ਕੀਤਾ ਹੈ ਜਾਂ ਰਿਪੋਰਟ ਜੋ AG ਸਾਹਿਬ ਨੇ ਬਣਾਈ ਹੈ ਉਹ ਕਰੈਕਟ ਹੈ, ਤਾਂ ਉਹਨਾਂ ਨੂੰ ਪੈਨਲਟੀ ਵੀ ਤੇ ਕਨਵਿਕਸ਼ਨ ਤੱਕ ਹੋ ਸਕਦੀ ਹੈ। ਜੀ, ਕਦੋਂ ਹੁਣ ਇਹ ਜਿਹੜਾ ਹੈਗਾ ਹੀਅਰਿੰਗ ਇਹਦੀ ਹੋਏਗੀ, ਉਹ 'ਚ ਕੌਣ ਮੌਜੂਦ ਹੋਊਗਾ, ਕਿੰਨਾ ਟਾਈਮ ਚੱਲੇਗੀ ਤੇ ਕੀ ਉਹਦਾ ਅੱਗੇ ਫਿਊਚਰ ਹੋ ਸਕਦਾ ਜੀ? ਉਹਦੇ ਵਿੱਚ ਸਰ ਇਹ ਹੋਏਗਾ ਕਿ ਹੁਣ ਜਿੱਦਾਂ ਵੈਸੇ ਆਮ ਕਰਕੇ ਜਦੋਂ ਵੀ ਆਪਾਂ ਕੋਈ ਕੇਸ, ਅੱਜ ਸਾਡਾ ਐਕਸੈਪਟ ਹੋ ਗਿਆ ਕੇਸ,
ਕੇਸ ਅਸੈਪਟ ਹੋ ਗਿਆ। ਹੁਣ ਏਜੀ ਸਾਹਿਬ ਵਿਲ ਹੋਲਡ ਦਾ ਕੋਰਟ ਟੁਮਾਰੋ। ਵੈਸੇ ਇਹਨਾਂ ਕੇਸਿਸ ਦੇ ਵਿੱਚ ਮਹੀਨਾ ਡੇਢ ਮਹੀਨੇ ਦੀ ਡੇਟ ਲੱਗਦੀ ਹੈ, ਬਟ ਇਹਦੀ ਸੀਰੀਅਸਨੈਸ ਆਫ ਦਾ ਕੇਸ ਔਰ ਸੀਰੀਅਸਨੈਸ ਆਫ ਦਾ ਇਸ਼ੂ ਦੇ ਰਿਗਾਰਡਿੰਗ ਉਹਨਾਂ ਨੇ ਕੱਲ੍ਹ ਦੇ ਵਾਸਤੇ ਪ੍ਰੀਲਿਮਿਨਰੀ ਹੀਅਰਿੰਗ ਦੇ ਉੱਤੇ ਮੈਟਰ ਰੱਖ ਲਿਆ। ਜੀ ਬਾਜਵਾ ਸਾਹਿਬ, ਇਹ ਵੀ ਦੱਸੋ, ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਇੰਸਟੀਟਿਊਸ਼ਨ ਦੇ ਪ੍ਰਤੀ ਤੁਹਾਡਾ ਜ਼ਰੂਰੀ ਸੀਗਾ, ਜਿਸ ਤਰੀਕੇ ਦੇ ਨਾਲ ਤੁਸੀਂ ਜੋ ਕੁਝ ਹੋ ਰਿਹਾ ਸੀ ਦੇਖ ਰਹੇ ਸੀਗੇ। ਇਸ ਤੋਂ ਪਹਿਲਾਂ ਵੀ ਜਦੋਂ ਪੰਜਾਬ ਨੂੰ ਨਵੇਂ ਐਡਵੋਕੇਟ ਜਨਰਲ ਵਜੋਂ APS ਦਿਓਲ ਨੂੰ ਅਪਾਇੰਟ ਕੀਤਾ ਜਾਂਦਾ ਹੈ, ਨਵਜੋਤ ਸਿੰਘ ਸਿੱਧੂ ਤੋਂ ਵੀ ਬਰਦਾਸ਼ਤ ਨਹੀਂ ਹੋਏ, ਉਹਨਾਂ ਦੇ ਖਿਲਾਫ ਵੀ ਲਗਾਤਾਰ ਬੋਲਣਾ ਸ਼ੁਰੂ ਕੀਤਾ ਤੇ ਉਹਨਾਂ ਨੂੰ ਉਹ ਕਹਿ ਲਈਏ ਵੀ ਅਸਤੀਫਾ ਦਿੱਤਾ ਸੀਗਾ, ਰੁੱਸ ਗਏ ਸੀਗੇ ਤੇ ਉਦੋਂ ਹੀ ਹੁਣ ਵਾਪਸ ਕੁਰਸੀ ਤੇ ਬੈਠੇ ਨੇ ਜਦੋਂ ਉਹਨਾਂ ਨੂੰ ਹਟਾ ਦਿੱਤਾ ਗਿਆ। ਸੋ ਉਹ ਸਾਰੀ ਚੀਜ਼ ਨੂੰ ਕਿਵੇਂ ਦੇਖਦੇ ਹੋ ਜੀ? ਮੈਂ ਉਸ ਚੀਜ਼ ਨੂੰ, ਚਲੋ ਵੈਸੇ ਸਰਕਾਰਾਂ ਦਾ ਕੰਮ ਹੈ ਚੀਜ਼ ਨੂੰ ਦੇਖਣਾ ਤੇ ਅਣਦੇਖਾ ਕਰਨਾ ਵੀ ਸਰਕਾਰ ਦਾ ਹੀ ਕੰਮ ਹੈ, ਬਟ ਸਾਡੇ ਰਿਸਪੈਕਟਡ ਸੀਨੀਅਰ ਮੈਂਬਰ ਨੇ ਸ਼੍ਰੀ APS ਦਿਓਲ ਜੀ, ਵੀ ਡੂ ਰਿਸਪੈਕਟ ਹਿਮ, ਸਾਡੇ ਸੀਨੀਅਰ ਐਡਵੋਕੇਟ ਵੀ ਨੇ ਉਹ, ਤੇ ਉਹਨਾਂ ਦੀ ਜੋ ਕੁਛ ਇਹ ਕਰ ਰਹੇ ਨੇ ਕਿ ਟਵੀਟ ਕਰਕੇ ਉਸ ਚੀਜ਼ ਨੂੰ ਕਰ ਰਹੇ ਨੇ। ਪਹਿਲਾਂ ਵਕੀਲ ਦਾ ਕੰਮ ਹੈ, ਕੋਈ ਵੀ ਉਹਦੇ ਕੋਲ ਕੋਈ ਆਇਆ, ਸਮਝ ਲਓ ਤੁਸੀਂ ਉਹ ਕੋਈ ਅਫੈਂਸ ਕਮਿਟ ਕੀਤਾ, ਹੋ ਸਕਦਾ ਆਈ ਐਮ ਨਾਟ ਇਨ ਗੁੱਡ ਟਰਮਸ ਵਿਦ ਯੂ, ਤੁਸੀਂ ਮੇਰੇ ਕੋਲ ਕੋਈ ਕੇਸ ਲੈ ਕੇ ਆਉਂਦੇ ਹੋ, ਤੁਹਾਡਾ ਕੋਈ ਮੈਟਰ ਹੈ, ਤਾਂ ਮੇਰਾ ਜੋ ਸਾਨੂੰ ਐਡਵੋਕੇਟਸ ਐਕਟ ਤੁਹਾਨੂੰ ਪਾਵਰਸ ਦਿੰਦਾ ਹੈ, ਸਾਡਾ ਫਰਜ਼ ਹੈ, ਤੁਹਾਡੇ ਪ੍ਰਤੀ ਡਿਊਟੀ ਬਾਉਂਡ ਹਾਂ ਅਸੀਂ ਕਿ ਅਸੀਂ ਤੁਹਾਡਾ ਕੇਸ ਨੂੰ ਨਾ ਨਹੀਂ ਕਰਨੀ। ਹਾਂ, ਇਹ ਚੀਜ਼ ਦੇ ਉੱਤੇ ਜ਼ਰੂਰ ਅਸੀਂ ਮੈਂ ਕਹਿਣਾ ਚਾਹੂੰਗਾ ਕਿ ਜੋ ਇਹ ਕਰ ਰਹੇ ਨੇ ਕਿ ਦਿਓਲ ਸਾਹਿਬ ਨੂੰ ਕਰਤਾ, ਹੋਰ ਸੀਨੀਅਰ ਐਡਵੋਕੇਟਸ ਨੂੰ ਪਹਿਲਾਂ ਅਪਾਇੰਟ ਕਰਨ ਦਾ ਝਾਂਸਾ ਦੇ ਕੇ ਮੁੜ ਕੇ ਉਹਨਾਂ ਨੂੰ ਵੀ ਨਹੀਂ ਕੀਤਾ, ਤਾਂ ਬਾਰ ਦੇ ਵਿੱਚ ਬਹੁਤ ਜ਼ਿਆਦਾ ਰਿਜ਼ੈਂਟਮੈਂਟ ਵੀ ਹੈ ਕਿਤੇ ਨਾ ਕਿਤੇ ਕਿ ਬਾਰ ਲਾਈਕ ਨਹੀਂ ਕਰ ਰਹੀ ਕਿ ਸਾਡੇ ਸੀਨੀਅਰ ਐਡਵੋਕੇਟਸ ਨੂੰ ਤੁਸੀਂ ਜਲੀਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਜੀ ਬਾਜਵਾ ਸਾਹਿਬ, ਆਖਰੀ ਸਵਾਲ, ਪਟੀਸ਼ਨ ਤੁਸੀਂ ਹੁਣ ਪਾ ਦਿੱਤੀ ਹੈ, ਪਰ ਫਿਊਚਰ 'ਚ ਵੀ ਇਸੇ ਤਰੀਕੇ ਦਾ ਤੁਸੀਂ ਚੀਜ਼ਾਂ ਦੇਖੀ ਗਏ ਨਵਜੋਤ ਸਿੰਘ ਸਿੱਧੂ ਵੱਲੋਂ, ਕਹਿ ਲਈਏ ਵੀ ਜੇ ਉਹ ਨਾ ਰੁਕੇ ਫਿਰ ਬਾਰ ਐਸੋਸੀਏਸ਼ਨ ਹੈ ਜਿਹੜੀ ਹੋਰ ਕੋਈ ਵੱਡਾ ਇਹਦੇ 'ਤੇ ਕੋਈ ਐਕਸ਼ਨ ਕਰਨ ਬਾਰੇ ਸੋਚੂਗੀ, ਕੋਈ ਹੋਰ ਨਵੀਂ ਚੀਜ਼? ਸਰ, ਇਹ ਬਾਰ ਐਸੋਸੀਏਸ਼ਨ ਦੇ ਵੱਲੋਂ ਕੇਸ ਨਹੀਂ ਪਿਆ, ਇਹ ਇੱਕ ਬਾਰ ਐਸੋਸੀਏਸ਼ਨ ਦੇ ਇੱਕ ਆਫਿਸ ਬੇਰਰ ਵੱਲੋਂ ਕੇਸ ਫਾਈਲ ਕੀਤਾ, ਮੈਂਬਰ ਵੱਲੋਂ ਫਾਈਲ ਹੋਇਆ ਹੈ, ਅਤੇ ਉਹਦੇ ਵਿੱਚ ਅਸੀਂ ਤਾਂ ਇਹ ਮੇਰੀ ਸੋਚ ਪਾਰਟੀਕੂਲਰਲੀ ਇਹ ਹੈ ਕਿ ਡਿਗਨਿਟੀ ਨੂੰ ਤੇ ਗਰੀਮਾ ਨੂੰ ਮੇਨਟੇਨ ਕਿੱਦਾਂ ਕਰਨਾ। ਅਗਰ ਨਹੀਂ ਅਜੇ ਵੀ ਅੱਗੇ ਕੁਝ ਗੱਲਾਂ ਹੋਣਗੀਆਂ ਤਾਂ ਅਸੀਂ ਇਹਦੇ ਤੇ ਪਲੇਸ ਔਨ ਰਿਕਾਰਡ ਕਰਾਂਗੇ, ਹੋਰ ਵੀ ਚੀਜ਼ਾਂ ਅਗਰ ਹੋਣਗੀਆਂ ਉਸ ਤੋਂ ਬਾਅਦ ਵੀ ਤਾਂ ਅਸੀਂ ਇਹ ਚੀਜ਼ਾਂ ਪਲੇਸ ਔਨ ਰਿਕਾਰਡ ਕਰਾਂਗੇ। ਜੀ ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਹ ਸੀ ਸੀਨੀਅਰ ਐਡਵੋਕੇਟ ਸੀ ਐਡਵੋਕੇਟ ਪਰਮਪ੍ਰੀਤ ਸਿੰਘ ਬਾਜਵਾ, ਜਿਨ੍ਹਾਂ ਨੇ ਸਾਰੀ ਜਾਣਕਾਰੀ ਦਿੱਤੀ ਹੈਗੀ ਹੈ। ਜਿਹੜੀ ਕ੍ਰਿਮੀਨਲ ਕੰਟੈਂਪਟ ਪਟੀਸ਼ਨ ਹੈ ਜਿਹੜੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਜਿਹੜੀ ਫਾਈਲ ਕਰ ਦਿੱਤੀ ਗਈ ਹੈ, ਪੰਜਾਬ ਦਾ ਬਹੁਤ ਹਾਈਲਾਈਟਡ ਕੇਸ ਹੈਗਾ ਜਿਹੜਾ ਡਰੱਗ ਕੇਸ ਹੈਗਾ, ਉਹਦੇ ਵਿੱਚ ਉਸ ਕੇਸ ਦੇ ਰਿਲੇਟਿਡ ਜਿਹੜੀਆਂ ਉਹਨਾਂ ਦੀਆਂ ਪਿਛਲੇ ਦਿਨੀ ਜੋ ਸਟੇਟਮੈਂਟਸ ਆ ਰਹੀਆਂ ਸੀ, ਬੇਸ਼ੱਕ ਉਹ ਪ੍ਰੈਸ ਮੀਡੀਆ ਦੇ ਨਾਲ ਗੱਲਬਾਤ ਕਰਦੇ ਸੀ ਪ੍ਰੈਸ ਕਾਨਫਰੰਸ ਦੌਰਾਨ, ਉਦੋਂ ਗੱਲਾਂ ਕੁਝ ਕਹਿੰਦੇ ਸੀਗੇ, ਜਾਂ ਅਕਸਰ ਕਿਉਂਕਿ ਟਵਿੱਟਰ 'ਤੇ ਬਹੁਤ ਐਕਟਿਵ ਨੇ ਨਵਜੋਤ ਸਿੱਧੂ, ਤਾਂ ਟਵਿੱਟਰ 'ਤੇ ਅਕਸਰ ਹੀ ਇਸ ਤਰੀਕੇ ਦੀਆਂ ਜਿਹੜੀਆਂ ਸਟੇਟਮੈਂਟਸ ਨੇ ਦਿੰਦੇ ਰਹਿੰਦੇ ਨੇ, ਤਾਂ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਪਰਮਪ੍ਰੀਤ ਸਿੰਘ ਬਾਜਵਾ ਵੱਲੋਂ ਪਟੀਸ਼ਨ ਹੈ ਜਿਹੜੀ ਉਹ ਫਾਈਲ ਕਰ ਦਿੱਤੀ ਗਈ ਹੈਗੀ ਹੈ, ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਕੋਰਟ ਦੀ ਜਾਂ ਕਹਿ ਲਓ ਵੀ ਜੁਡੀਸ਼ਰੀ ਦੀ ਜਿਹੜੀ ਇਮੇਜ ਆ ਉਹਨੂੰ ਟਾਰਨਿਸ਼ ਕਰਨ ਦੀ ਕੋਸ਼ਿਸ਼ਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਨਵਜੋਤ ਸਿੰਘ ਸਿੱਧੂ ਦੀਆਂ, ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਸੋਸ਼ਲ ਮੀਡੀਆ 'ਤੇ ਖਾਸ ਤੌਰ 'ਤੇ ਟਵਿੱਟਰ 'ਤੇ ਉਹਨਾਂ ਦੇ ਫੋਲੋਅਰਸ ਨੇ, ਅਤੇ ਜਦੋਂ ਕੋਈ ਟਵੀਟ ਕਰਦੇ ਨੇ ਤਾਂ ਮਿੰਟਾਂ ਸਕਿੰਟਾਂ ਦੇ ਵਿੱਚ ਕਮੈਂਟ ਆਉਂਦੇ ਨੇ, ਉਹਨਾਂ ਟਵੀਟਸ ਦੇ ਉੱਤੇ ਵਿਊਜ਼ ਆ ਜਾਂਦੇ ਨੇ। ਸੋ ਕਿਤੇ ਨਾ ਕਿਤੇ ਇਹਨਾਂ ਦਾ ਇਹ ਮੰਨਣਾ ਹੈ ਕਿ ਇੰਪੈਕਟ ਕਰਦੀ ਹੈ ਜੋ ਵੀ ਉਹਨਾਂ ਦੀ ਸਟੇਟਮੈਂਟ ਹੁੰਦੀ ਹੈ। ਫਿਲਹਾਲ ਦੇਖਣ ਵਾਲੀ ਗੱਲ ਹੋਊਗੀ ਕਿ ਹੁਣ ਨਵਜੋਤ ਸਿੰਘ ਸਿੱਧੂ 'ਤੇ ਕਿਸ ਤਰੀਕੇ ਦੀ ਕਾਰਵਾਈ ਕੋਰਟ ਵੱਲੋਂ ਹੁੰਦੀ ਹੈ। ਦੱਸ ਦਈਏ ਕਿ ਕੱਲ੍ਹ ਨੂੰ ਜਿਹੜੀ ਇਹ ਪਟੀਸ਼ਨ ਹੈਗੀ ਇਹਦੇ ਉੱਤੇ ਸੁਣਵਾਈ ਹੈ ਜਿਹੜੀ ਉਹ ਕੋਰਟ ਦੇ ਵਿੱਚ ਹੋਣ ਜਾ ਰਹੀ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਸ।